ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ। ਅੱਜ ਆਪਾਂ ਪੰਜਾਬੀ ਪਾਠ ਪੁਸਤਕ ਜਿਹੜੀ ਪਹਿਲੀ ਭਾਸ਼ਾ ਹੈ 7ਵੀਂ ਜਮਾਤ ਨੂੰ ਜੋ ਲੱਗੀ ਹੋਈ ਹੈ ਉਹਦਾ ਤੀਸਰਾ ਪਾਠ ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ ਉਹ ਕਰਾਂਗੇ। ਤਾਂ ਇਸ ਪਾਠ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਔਖੇ ਸ਼ਬਦਾਂ ਦੇ ਅਰਥ ਜਿਹੜੇ ਜ਼ਿਆਦਾ ਔਖੇ ਸ਼ਬਦ ਵਿੱਚ ਆਉਣਗੇ ਉਹਨਾਂ ਦੇ ਅਰਥ ਆਪਾਂ ਪਹਿਲਾਂ ਹੀ ਦੇਖ ਲਈਏ। ਸੁਰੀਲੀ ਮਿੱਠੀ ਸੁਰ ਵਿੱਚ ਸ਼ੋਹਰਤ ਹੁੰਦੀ ਹੈ, ਪ੍ਰਸਿੱਧੀ ਮਸ਼ਹੂਰੀ, ਪ੍ਰਬਲ ਇੱਛਾ, ਤੀਬਰ ਇੱਛਾ, ਇਲਾਹੀ ਸਰੂਰ, ਰੱਬੀ ਮਸਤੀ, ਅਪਾਰ ਕਿਰਪਾ, ਅਤਿਅੰਤ ਮਿਹਰ, ਦਹਾਕਾ 10 ਵਰ੍ਹਿਆਂ ਦੇ ਸਮੇਂ ਨੂੰ ਕਹਿੰਦੇ ਹੈ, ਉਸਤਾਦ ਸਿੱਖਿਅਕ ਕੋਈ ਹੁਨਰ ਸਿਖਾਉਣ ਵਾਲਾ, ਰਿਆਜ਼ ਅਭਿਆਸ, ਮੁਹਾਰਤ, ਸਰੋਤੇ ਸੁਣਨ ਵਾਲੇ, ਸਮਰੱਥਾ, ਯੋਗਤਾ, ਤਾਕਤ, ਬਲ, ਸ਼ਕਤੀ, ਸਮਰਪਿਤ, ਅਰਪਣ ਕੀਤਾ ਹੋਇਆ, ਭੇਂਟ ਕੀਤਾ ਹੋਇਆ, ਭਰਪੂਰ, ਭਰਿਆ ਹੋਇਆ, ਪੂਰਨ। ਤਾਂ ਇਹ ਉਹਨਾਂ ਦੀ ਜੀਵਨੀ ਹੈ। ਸੰਖੇਪ ਜੇ ਆਪਾਂ ਪੜ੍ਹਦੇ ਹਾਂ, ਕਲਾਕਾਰ ਕਿਸੇ ਵੀ ਕੌਮ ਦਾ ਮੁੱਲ ਸਰਮਾਇਆ ਹੁੰਦੇ ਹਨ। ਸੁਰਿੰਦਰ ਕੌਰ ਪੰਜਾਬ ਦੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਗਾਇਕਾ ਸੀ। ਉਹ ਆਪਣੀ ਸੁਰੀਲੀ ਆਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ਉੱਤੇ ਛਾਈ ਰਹੀ। ਭਾਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਤਿੰਨੇ ਭੈਣਾਂ ਨੇ ਹੀ ਪੰਜਾਬੀ ਗਾਇਕੀ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਤਿੰਨੇ ਭੈਣਾਂ ਸੀ, ਪਰ ਜੋ ਸ਼ੋਹਰਤ ਅਤੇ ਮਾਣ ਸੁਰਿੰਦਰ ਕੌਰ ਨੂੰ ਹਾਸਲ ਹੋਇਆ ਉਹ ਬੇਮਿਸਾਲ ਹੈ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੇ ਕੁੱਖੋਂ ਲਾਹੌਰ ਵਿਖੇ ਹੋਇਆ। ਉਸ ਨੂੰ ਬਚਪਨ ਤੋਂ ਹੀ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੋਹਾਂ ਨਾਲ ਲਗਾਅ ਸੀ। ਸੁਰਿੰਦਰ ਕੌਰ ਆਪ ਵੀ ਇਸ ਗੱਲ ਨੂੰ ਮੰਨਦੀ ਹੈ। ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਉਸਤਾਦ ਸਨ। ਇਹ ਪ੍ਰਸ਼ਨ ਵੀ ਹੈ ਕਿ ਉਹਦੇ ਕਿਹੜੇ ਕਿਹੜੇ ਉਸਤਾਦ ਰਹੇ ਆ, ਤੁਸੀਂ ਇੱਥੇ ਦੇਖ ਲੈਣਾ। ਸੁਰਿੰਦਰ ਕੌਰ ਦੇ ਬੜੇ ਉਸਤਾਦ ਜਿਹੜੇ ਸੀਗੇ ਸੁਰਿੰਦਰ ਕੌਰ ਨੇ ਬੜੇ ਗੁਲਾਮ ਅਲੀ ਖਾਨ ਦੇ ਭਾਣਜੇ ਅਨੈਤ ਹੁਸੈਨ ਤੋਂ ਸ਼ਾਸਤਰੀ ਸੰਗੀਤ, ਯਾਦ ਰੱਖਣਾ ਵੀ ਕੀ ਤੋਂ ਕੀ ਸਿੱਖਿਆ, ਪਟਿਆਲੇ ਘਰਾਣੇ ਦੇ ਸੰਗੀਤ ਸ਼ਾਸਤਰੀ ਉਸਤਾਦਾਂ ਕੋਲੋਂ ਸ਼ਾਸਤਰੀ ਸੰਗੀਤ, ਗਜ਼ਲ ਅਤੇ ਠੁਮਰੀ ਦੀ ਸਿੱਖਿਆ ਗ੍ਰਹਿਣ ਕੀਤੀ। ਕਾਫੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ। ਉਸ ਨੂੰ ਸਿੱਖਿਆ ਦੀ ਇੰਨੀ ਪ੍ਰਬਲ ਇੱਛਾ ਸੀ ਕਿ ਜਿੱਥੋਂ ਵੀ ਕਿਧਰੇ ਸਿੱਖਣ ਦਾ ਮੌਕਾ ਮਿਲਿਆ ਉਸਨੇ ਹੱਥੋਂ ਨਹੀਂ ਗਵਾਇਆ। ਇਹ ਕੁਛ ਤਸਵੀਰਾਂ ਜਿਹਦੇ ਵਿੱਚ ਦਿਖਾਇਆ ਗਿਆ ਉਹਨਾਂ ਦੇ ਪਿਤਾ ਜੀ ਬਿਸ਼ਨ ਸਿੰਘ ਹੈ, ਫਿਰ ਜਿਨ੍ਹਾਂ ਤੋਂ ਉਹਨਾਂ ਨੇ ਵਿੱਦਿਆ ਗ੍ਰਹਿਣ ਕੀਤੀ। ਫਿਰ ਉਹਨਾਂ ਦੀ ਜਿਹੜੀ ਭੈਣ ਨਰਿੰਦਰ ਬੀਬਾ ਅਤੇ ਜਿਹੜੀ ਨਾਲ ਪ੍ਰਕਾਸ਼ ਕੌਰ ਹੈ ਉਹਨਾਂ ਦੀਆਂ ਕੁਛ ਤਸਵੀਰਾਂ ਇਹਦੇ ਵਿੱਚ। ਸੁਰਿੰਦਰ ਕੌਰ ਨੂੰ 12-13 ਸਾਲਾਂ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ 'ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉੱਥੇ ਉਸਨੇ ਪਹਿਲਾ ਗੀਤ ਗਾਇਆ। ਉਸ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਸੁਰਿੰਦਰ ਕੌਰ ਨੂੰ ਰੇਡੀਓ ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਇੱਕ ਪ੍ਰਸ਼ਨ ਦਾ ਉੱਤਰ ਹੈ। ਛੇਤੀ ਹੀ ਉਸ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਹਿਜ਼ ਮਾਸਟਰਜ਼ ਵਾਈਜ਼ ਕੰਪਨੀ ਵਾਲਿਆਂ ਨੇ ਫਿਲਮ ਇੰਡਸਟਰੀ ਵਾਲਿਆਂ ਨੂੰ ਉਸ ਨੂੰ ਗਾਉਣ ਲਈ ਬੁਲਾਇਆ। ਨਵੰਬਰ 1943 ਈਸਵੀ ਵਿੱਚ ਉਸ ਦਾ ਪਹਿਲਾ ਗੀਤ ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀ ਮਾਏ ਰਿਕਾਰਡ ਹੋਇਆ। ਸੁਰਿੰਦਰ ਕੌਰ ਦਾ ਵਿਆਹ ਸਰਦਾਰ ਜੋਗਿੰਦਰ ਸਿੰਘ ਸੋਢੀ ਨਾਲ 1948 ਈਸਵੀ ਵਿੱਚ ਹੋਇਆ। ਉਸਨੇ ਕੁਝ ਸਮਾਂ ਮੁੰਬਈ ਰਹਿ ਕੇ ਫਿਲਮਾਂ ਲਈ ਗੀਤ ਵੀ ਗਾਏ, ਪਰ ਉਹ ਮੁੰਬਈ ਬਹੁਤਾ ਸਮਾਂ ਨਾ ਰਹਿ ਸਕੀ। 1951 ਈਸਵੀ ਵਿੱਚ ਪਰਿਵਾਰ ਸਮੇਤ ਦਿੱਲੀ ਆ ਗਈ। ਉਸ ਸਮੇਂ ਉਸ ਕੋਲ ਆਪਣੀ ਮਿੱਠੀ ਆਵਾਜ਼ ਅਰਥਾਤ ਸੁਰੀਲੇ ਗਲੇ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੇ ਗਲੇ ਵਿੱਚ ਰੱਬ ਵੱਸਦਾ ਹੈ ਅਤੇ ਸੰਗੀਤ ਤੋਂ ਉਸ ਨੂੰ ਇਲਾਹੀ ਸਰੂਰ ਮਿਲਦਾ ਹੈ ਅਤੇ ਦੁੱਖ ਸੁੱਖ ਵਿੱਚ ਸੰਗੀਤ ਹੀ ਉਸ ਦਾ ਸਾਥੀ ਹੈ। ਉਹ ਆਪਣੀ ਗਾਇਕੀ ਬਾਰੇ ਦੱਸਦੀ ਹੈ। ਇਹ ਵੀ ਪ੍ਰਸ਼ਨ ਹੈ ਇੱਕ। ਗਾਉਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ। ਮੈਂ ਤਾਂ ਇੰਨਾ ਹੀ ਕਹਾਂਗੀ ਕਿ ਇਹ ਸ਼ੌਂਕ ਮੈਨੂੰ ਰੱਬ ਨੇ ਹੀ ਲਾਇਆ ਹੈ। ਰੱਬ ਦੀ ਅਪਾਰ ਕਿਰਪਾ ਨਾਲ ਇਹ ਸ਼ੌਂਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ। ਇਸ ਵਿੱਚ ਕੋਈ ਝੂਠ ਨਹੀਂ ਕਿ ਇਸ ਸ਼ੌਂਕ ਨੂੰ ਉਸਨੇ ਆਪਣੀ ਉਮਰ ਦੇ 7 ਦਹਾਕੇ ਯਾਨੀ 70 ਸਾਲ ਨਿਭਾਇਆ। ਸੁਰਿੰਦਰ ਕੌਰ ਨੇ ਵਧੇਰੇ ਕਰਕੇ ਲੋਕ ਗੀਤ ਗਾਏ, ਉਂਝ ਗਜ਼ਲਾਂ ਅਤੇ ਸਾਹਿਤਕ ਗੀਤ ਵੀ ਗਾਏ। ਉਸ ਦੇ ਗਾਏ ਗੀਤ ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ਼ ਪ੍ਰਦੇਸ਼ ਹਰ ਥਾਂ ਪਹੁੰਚ ਕੇ ਜਿੱਥੇ ਵੀ ਪੰਜਾਬੀ ਵੱਸਦੇ ਹਨ ਉੱਥੇ ਹਰ ਘਰ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਰ ਘਰ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਮਾਵਾਂ ਅਤੇ ਧੀਆਂ ਰਲ ਬੈਠੀਆਂ ਨੀ ਮਾਏ ਅਤੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ਵਰਗੇ ਗੀਤ ਨਾ ਗਾਏ ਜਾਣ। ਸੁਰਿੰਦਰ ਕੌਰ ਦੇ ਗਾਏ ਗੀਤ ਬਹੁਤ ਹਨ, ਪਰ ਉਹਨਾਂ ਵਿੱਚੋਂ ਵਧੇਰੇ ਹਰਮਨ ਪਿਆਰੇ
ਗੀਤਾਂ ਦੇ ਬੋਲ ਇਹ ਹਨ। ਇਹ ਪੁੱਛੇ ਵੀ ਗਏ ਵੀ ਕਿਹੜੇ ਗੀਤ ਹਰਮਨ ਪਿਆਰੇ ਤੁਸੀਂ ਯਾਦ ਰੱਖਣਾ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੋਬਾ ਤੇਰੇ ਪੈਰ ਬਾਂਕੀਏ ਨਾਰੇ ਨੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਸਾਡਾ ਚਿੜੀਆਂ ਦੇ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ। ਸਾਡਾ ਚਿੜੀਆਂ ਦਾ ਚੰਬਾ ਵਾਲਾ ਗੀਤ ਤਿੰਨੇ ਭੈਣਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਨਰਿੰਦਰ ਕੌਰ ਨੇ ਗਾਇਆ ਹੈ। ਅਤੇ ਫਿਰ ਇਹੀ ਗੀਤ ਤਿੰਨ ਪੀੜ੍ਹੀਆਂ ਸੁਰਿੰਦਰ ਕੌਰ, ਉਸ ਦੀ ਧੀ ਡੋਲੀ ਗੁਲੇਰੀਆ ਅਤੇ ਦੋਹਤੀ ਸੁਨੈਨਾ ਨੇ ਵੀ ਗਾਇਆ ਹੈ। ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦਾ ਗੀਤ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਬਹੁਤ ਮਸ਼ਹੂਰ ਹੋਇਆ। ਇਹ ਪੰਜਾਬ ਦੀ ਕੋਇਲ ਹੋਣ ਦਾ ਉਹਨੂੰ ਮਾਣ ਹਾਸਲ ਹੈ ਅਤੇ ਕੁਛ ਉਹਦੇ ਗੀਤਾਂ ਦੇ ਇੱਥੇ ਗੀਤ ਲਿਖੇ ਹੋਏ ਹੈ ਅਤੇ ਆਪਾਂ ਥੋੜ੍ਹੀ ਜਿਹੀ ਤੁਹਾਨੂੰ ਉਹਦੀ ਆਵਾਜ਼ ਵੀ ਸੁਰਿੰਦਰ ਕੌਰ ਦੀ ਸੁਣਾਉਂਦੇ ਹਾਂ। ਇਹ ਇਹ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੋਨਾਂ ਭੈਣਾਂ ਦੀ ਆਵਾਜ਼ ਸੀ। ਸੁਰਿੰਦਰ ਕੌਰ ਦੇ ਗਾਏ ਗੀਤ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇਹ ਪੰਜਾਬੀ ਸੱਭਿਆਚਾਰ ਦਾ ਹੀ ਹਿੱਸਾ ਬਣ ਗਏ ਹਨ। ਵੱਡੀ ਗੱਲ ਉਹ ਉਸ ਦੀ ਗਾਇਕੀ ਸਾਫ ਸੁਥਰੀ ਹੈ। ਉਸਨੇ ਹਰ ਗੀਤ ਨੂੰ ਰੂਹ ਨਾਲ ਗਾਇਆ, ਭਾਵੇਂ ਉਸਨੇ ਸੁਹਾਗ ਗਾਏ, ਘੋੜੀਆਂ ਗਾਈਆਂ, ਮਾਨਵੀ ਹਾਵਾਂ ਭਾਵਾਂ ਦੀ ਤਰਜਮਾਨੀ ਕਰਦੇ ਲੋਕ ਗੀਤ ਗਾਏ ਜਾਂ ਸਾਹਿਤਕ ਗੀਤ ਗਾਏ। ਉਸ ਦੀ ਗਾਇਕੀ ਦਾ ਇੱਕ ਵੱਖਰਾ ਹੀ ਰੰਗ ਹੈ। ਉਸਦੇ ਸਿਰਕੱਢ ਗਾਇਕਾ ਬਣਨ ਵਿੱਚ ਉਸਦੇ ਪਤੀ ਸਰਦਾਰ ਜੋਗਿੰਦਰ ਸਿੰਘ ਦਾ ਵੀ ਭਰਪੂਰ ਯੋਗਦਾਨ ਰਿਹਾ। ਉਹ ਵਧੀਆ ਕਵਿਤਾਵਾਂ ਲੱਭ ਕੇ, ਇਹ ਪ੍ਰਸ਼ਨ ਵੀ ਹੈ ਕਿ ਉਹਨਾਂ ਦੇ ਪਤੀ ਦਾ ਕੀ ਯੋਗਦਾਨ ਸੀ। ਇਹੀ ਯੋਗਦਾਨ ਸੀ, ਉਹ ਵਧੀਆ ਕਵਿਤਾਵਾਂ ਲੱਭ ਕੇ ਲਿਆਉਂਦੇ ਅਤੇ ਫਿਰ ਉਹਨਾਂ ਬੋਲਾਂ ਨੂੰ ਗੀਤ ਦੀਆਂ ਧੁਨਾਂ 'ਤੇ ਗਾਉਣ ਲਈ ਉਸ ਨੂੰ ਉਤਸ਼ਾਹਿਤ ਕਰਦੇ, ਰੋਜ਼ਾਨਾ ਰਿਆਜ਼ ਕਰਨ ਲਈ ਆਖਦੇ। ਸੁਰਿੰਦਰ ਕੌਰ ਨੇ ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਸ਼ਿਵ ਦਾ ਗੀਤ ਲੰਘ ਆ ਜਾ ਪੱਤਨ ਝਣਾ ਦਾ ਇਸ ਢੰਗ ਨਾਲ ਗਾਇਆ ਕਿ ਇਹ ਗੀਤ ਹਮੇਸ਼ਾ ਲਈ ਲੋਕ ਮਨਾਂ ਵਿੱਚ ਵਸ ਗਿਆ। ਸੁਰਿੰਦਰ ਕੌਰ ਦੀ ਆਵਾਜ਼ ਸਰੋਤਿਆਂ ਅਤੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੀਲ ਕੇ ਬਿਠਾ ਸਕਣ ਦੀ ਸਮਰੱਥਾ ਰੱਖਦੀ ਸੀ। ਇਹ ਗੁਣ ਇੱਕ ਦਿਨ ਵਿੱਚ ਪੈਦਾ ਨਹੀਂ ਹੋਇਆ, ਇਸ ਦੇ ਪਿੱਛੇ ਉਸ ਦੀ ਵਰ੍ਹਿਆਂ ਦਾ ਰਿਆਜ਼ ਕੰਮ ਕਰਦਾ ਸੀ। ਸੁਰਿੰਦਰ ਕੌਰ ਦੇ ਹੱਥਾਂ ਵਿੱਚ ਘੁੰਗਰੂ ਫੜ ਕੇ ਤਾਲ ਦੇਣ ਦਾ ਅੰਦਾਜ਼ ਅਤੇ ਉੱਚੀ ਹੇਕ ਸਰੋਤਿਆਂ ਨੂੰ ਕੀਲ ਲੈਂਦੀ ਸੀ। ਉਹ ਸਧਾਰਨ ਲੋਕ ਸਾਜ਼ਾਂ ਦੀ ਵਰਤੋਂ ਕਰਦੀ ਸੀ। ਸੁਰਿੰਦਰ ਕੌਰ ਨੇ ਪੰਜਾਬ ਵਿੱਚ ਹੀ ਨਹੀਂ, ਇਹ ਵੀ ਤੁਹਾਨੂੰ ਪ੍ਰਸ਼ਨ ਹੈਗਾ ਕਿ ਉਹਨੇ ਕਿੱਥੇ ਕਿੱਥੇ ਗਾਇਆ ਪੰਜਾਬ ਤੋਂ ਬਾਹਰ, ਸਗੋਂ ਵੱਖ-ਵੱਖ ਸਮੇਂ ਭਾਰਤ ਦੇ ਮਹਾਨਗਰਾਂ ਮੁੰਬਈ, ਕਲਕੱਤਾ, ਪੂਨਾ, ਮਦਰਾਸ, ਬੈਂਗਲੌਰ, ਪਟਨਾ, ਦਿੱਲੀ, ਹਰ ਥਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਉਹ ਜਾਂਦੀ ਸੀ। ਉਸਨੇ ਹਿੰਦੁਸਤਾਨ ਤੋਂ ਬਾਹਰ ਵੀ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਇਹ ਤਾਂ ਅਸੀਂ ਵੀ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਗਾਇਆ ਅਤੇ ਭਾਰਤ ਤੋਂ ਬਾਹਰ ਕਿੱਥੇ ਕਿੱਥੇ ਗਾਇਆ, ਚੀਨ, ਰੂਸ, ਇੰਗਲੈਂਡ, ਕਨੇਡਾ, ਅਮਰੀਕਾ, ਅਫਰੀਕਾ ਆਦਿ ਦੇਸ਼ਾਂ ਵਿੱਚ ਜਾ ਕੇ ਵੀ ਉਹਨੇ ਗੀਤ ਗਾਏ ਅਤੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕੀਤੀ। ਆਪਣੀ ਗਾਇਕੀ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਗਾਇਕਾ ਪੰਜਾਬੀ ਜਗਤ ਨੂੰ ਸੰਨ 2006 ਈਸਵੀ ਵਿੱਚ ਸਦੀਵੀ ਵਿਛੋੜਾ ਦੇ ਗਈ। ਉਸ ਦੀਆਂ ਤਿੰਨ ਧੀਆਂ ਡੋਲੀ ਗੁਲੇਰੀਆ, ਨੰਦਨੀ ਅਤੇ ਪ੍ਰਮੋਦਨੀ ਹਨ। ਡੋਲੀ ਗੁਲੇਰੀਆ ਨੂੰ ਗਾਉਣ ਦੀ ਦਾਤ ਵਿਰਸੇ ਵਿੱਚ ਮਿਲੀ ਹੈ ਅਤੇ ਡੋਲੀ ਦੀ ਧੀ ਸੁਨੈਨਾ ਵੀ ਕਦੇ ਕਦੇ ਗਾ ਲੈਂਦੀ ਹੈ, ਪਰ ਸੁਰਿੰਦਰ ਕੌਰ ਆਪਣੀ ਮਿਸਾਲ ਆਪ ਸੀ। ਉਹ ਪੰਜਾਬੀ ਗਾਇਕੀ ਨੂੰ ਸਮਰਪਿਤ ਹੋ ਕੇ ਸੰਗੀਤ ਦੀ ਦੁਨੀਆ ਵਿੱਚ ਅਮਰ ਹੋ ਗਈ। ਇਹਦਾ ਪਹਿਲਾ ਪ੍ਰਸ਼ਨ ਹੈ, ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ। ਜਦੋਂ ਆਪਾਂ ਪਾਠ ਸ਼ੁਰੂ 'ਚ ਪੜ੍ਹਿਆ ਸੀ, ਇੱਥੇ ਇਹਦਾ ਉੱਤਰ ਆ ਗਿਆ ਸੀ। ਦੂਸਰਾ ਪ੍ਰਸ਼ਨ ਹੈ, ਸੁਰਿੰਦਰ ਕੌਰ ਨੇ ਕਿਹੜੇ ਉਸਤਾਦਾਂ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ। ਇਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦਾ ਸੀ ਕਿ ਉਹਨਾਂ ਨੇ ਗੁਲਾਮ ਅਲੀ ਖਾਨ ਦੇ ਭਾਣਜੇ ਸ਼ਾਹ ਉਨੈਦ ਤੋਂ ਜਿਹੜੀ ਸਿੱਖਿਆ ਹਾਸਲ ਕੀਤੀ। ਫਿਰ ਉਸ ਤੋਂ ਬਾਅਦ ਪਟਿਆਲੇ ਘਰਾਣੇ ਤੋਂ ਵੀ ਸ਼ਾਸਤਰੀ ਸੰਗੀਤ ਸਿੱਖਿਆ ਅਤੇ ਉਸ ਤੋਂ ਬਾਅਦ ਕੁੰਦਨ ਲਾਲ ਸ਼ਰਮਾ ਤੋਂ ਗਜ਼ਲ ਗਾਉਣ ਦੀ ਜਿਹੜੀ ਸਿੱਖਿਆ ਲਈ। ਫਿਰ ਉਸ ਤੋਂ ਬਾਅਦ ਛੋਟੀ ਉਮਰ ਵਿੱਚ ਹੀ ਸੁਰਿੰਦਰ ਕੌਰ ਦੀ ਪ੍ਰਸਿੱਧੀ ਕਿਵੇਂ ਵਧੀ। 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਰੇਡੀਓ ਸਟੇਸ਼ਨ ਤੋਂ ਗਾਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਇੰਨੇ ਵਧੀਆ ਜਿਹੜਾ ਉੱਥੇ ਤਰੀਕੇ ਨਾਲ ਗਾਇਆ ਕਿ ਉਦੋਂ ਬਾਅਦ ਉਹਨਾਂ ਨੂੰ ਫਿਲਮਾਂ ਦੇ ਵਿੱਚ ਵੀ ਗੀਤ ਗਾਉਣ ਲਈ ਸੱਦਿਆ ਗਿਆ। ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ, ਉਹ ਕਹਿੰਦੀ ਵੀ ਇਹ ਸ਼ੌਂਕ ਮੈਨੂੰ ਰੱਬ ਨੇ ਲਾਇਆ ਅਤੇ ਇਸ ਕਰਕੇ ਜਿਹੜਾ ਹੈਗਾ ਇਹ ਰੱਬ ਦੀ ਬਖਸ਼ੀ ਹੋਈ ਇੱਕ ਤਰ੍ਹਾਂ ਦੀ ਦਾਤ ਹੈ। ਇਹ ਵੀ ਉੱਤਰ ਆ ਗਿਆ ਸੀ, ਮੈਂ ਨਾਲ ਦੀ ਨਾਲ ਦੱਸਦਾ ਸੀ। ਸੁਰਿੰਦਰ ਕੌਰ ਦੇ ਗਾਏ ਗੀਤਾਂ ਵਿੱਚੋਂ ਕਿਹੜੇ ਗੀਤ ਵੱਧ ਹਰਮਨ ਪਿਆਰੇ ਹੋਏ, ਤਾਂ ਉਹ ਗੀਤਾਂ ਦਾ ਜ਼ਿਕਰ ਦੱਸਦਾ ਕਿਹੜੇ ਗੀਤ ਆਏ ਆ ਵਿੱਚ ਤੁਹਾਨੂੰ ਨਾਲ ਦੀ ਨਾਲ ਹੀ। ਸਾਡਾ ਚਿੜੀਆਂ ਦਾ ਚੰਬਾ ਗੀਤ ਸੁਰਿੰਦਰ ਕੌਰ ਦੇ ਪਰਿਵਾਰ ਦੇ ਜੀਆਂ ਵਿੱਚ ਹੋਰ ਕਿਸ ਨੇ ਗਾਇਆ,
ਉਸ ਦੀ ਧੀ ਡੋਲੀ ਕਲੇਰੀਆ ਨੇ ਅਤੇ ਅੱਗੇ ਜਿਹੜਾ ਹੈਗਾ ਪ੍ਰਕਾਸ਼ ਕੌਰ ਨੇ ਵੀ ਇਹ ਗੀਤ ਗਾਇਆ ਸੀ। ਠੀਕ ਹੈ, ਉਹਨਾਂ ਦੀਆਂ ਜਿਹੜਾ ਅੱਗੇ ਸੁਨੈਨਾ ਨੇ ਵੀ ਇਹ ਗੀਤ ਗਾਇਆ, ਤਾਂ ਉਹ ਸਾਰੇ ਜ਼ਿਕਰ ਆ ਗਿਆ ਸੀ ਵਿੱਚ। ਸੁਰਿੰਦਰ ਕੌਰ ਦੇ ਪਤੀ ਨੇ ਉਹਨਾਂ ਦੀ ਗਾਇਕੀ ਵਿੱਚ ਸੁਰਿੰਦਰ ਕੌਰ ਦੇ ਪਤੀ ਦਾ ਉਹਨਾਂ ਦੀ ਗਾਇਕੀ ਵਿੱਚ ਕੀ ਯੋਗਦਾਨ ਸੀ ਜਾਂ ਕੀ ਯੋਗਦਾਨ ਪਾਇਆ ਉਹਨਾਂ ਨੇ, ਇਹ ਆ ਗਿਆ ਸੀ। ਉਹ ਚੰਗੀਆਂ ਕਵਿਤਾਵਾਂ ਲੱਭ ਕੇ ਲਿਆਉਂਦੇ ਸੀ ਅਤੇ ਉਹ ਉਹਨਾਂ ਨੂੰ ਗਾਉਣ ਲਈ ਉਤਸ਼ਾਹਿਤ ਕਰਦੇ ਸੀ। ਸਰਦਾਰ ਜੋਗਿੰਦਰ ਸਿੰਘ ਸੀਗੇ ਜਿਹੜੇ। ਤਾਂ ਇਹਦਾ ਵੀ ਉੱਤਰ ਤੁਹਾਨੂੰ ਦੱਸਤਾ ਸੀ ਮੈਂ ਨਾਲ। ਕੀ ਕਾਰਨ ਸੀ ਕਿ ਸੁਰਿੰਦਰ ਕੌਰ ਗੀਤ ਪੇਸ਼ ਕਰਨ ਸਮੇਂ ਸਰੋਤਿਆਂ ਨੂੰ ਕੀਲ ਲੈਂਦੀ ਸੀ? ਉਹਦੀ ਆਵਾਜ਼ ਬਹੁਤ ਸੁਰੀਲੀ ਸੀ, ਉਹ ਆਵਾਜ਼ ਕਰਕੇ ਸਰੋਤੇ ਕੀਲੇ ਜਾਂਦੇ ਸੀ। ਸੁਰਿੰਦਰ ਕੌਰ ਨੇ ਪੰਜਾਬ ਤੋਂ ਇਲਾਵਾ ਹੋਰ ਕਿਹੜੀਆਂ ਥਾਵਾਂ 'ਤੇ ਗਾਇਆ? ਵੱਡੇ ਵੱਡੇ ਮਹਾਂਨਗਰਾਂ ਦੇ ਵਿੱਚ ਵੀ ਗਾਇਆ ਜਿਨ੍ਹਾਂ ਦਾ ਜ਼ਿਕਰ ਆ ਗਿਆ ਸੀ, ਅਤੇ ਉਹਨੇ ਪੰਜਾਬ ਤੋਂ ਬਾਹਰ ਹੋਰ ਕਈ ਦੇਸ਼ਾਂ ਦੇ ਵਿੱਚ ਵੀ ਗਾਇਆ। ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਮੇਰੇ ਬਲੌਗ ਸਪੌਟ 'ਤੇ ਜਾ ਕੇ ਤੁਸੀਂ ਪੂਰੇ ਕੰਪਲੀਟ ਉੱਤਰ ਡਾਊਨਲੋਡ ਕਰ ਸਕਦੇ ਹੋ। ਕੱਲ੍ਹ ਤੱਕ ਮੈਂ ਇਹਦੇ ਉੱਤਰ ਉੱਥੇ ਪਾ ਦੇਵਾਂਗਾ। ਤਾਂ ਉਸ ਤੋਂ ਬਾਅਦ ਕੁਝ ਵਾਕਾਂ ਵਿੱਚ ਵਰਤੋਂ ਹੈ, ਜਿਵੇਂ ਕਲਾਕਾਰ, ਅੰਤਰਰਾਸ਼ਟਰੀ, ਪ੍ਰਭਾਵਿਤ, ਹਰਮਨ ਪਿਆਰੇ, ਸਿਰਕੱਢ, ਹਿੰਦੁਸਤਾਨ, ਸੱਭਿਆਚਾਰ, ਸੁਹਾਗ। ਤਾਂ ਇਹ ਵਾਕਾਂ ਦੇ ਵਿੱਚ ਵਰਤਣੇ, ਇਹ ਵੀ ਉੱਥੇ ਬਲੌਗ ਦੇ ਉੱਤੇ ਜਾ ਕੇ ਤੁਸੀਂ ਮੇਰੇ ਦੇਖ ਸਕਦੇ ਹੋ। ਇਹ ਮੇਰੇ ਬਲੌਗ ਦਾ ਐਡਰੈਸ ਹੈ punjabi.edi.blogspot.com। ਤਾਂ ਇਹ 'ਤੇ ਜਾ ਕੇ ਤੁਸੀਂ ਉੱਤਰ ਦੇਖ ਸਕਦੇ ਹੋ। ਤਾਂ ਇਹ ਆਪਣਾ ਜੋ ਲੈਸਨ ਸੀ 7ਵੀਂ ਜਮਾਤ ਦਾ, ਤੁਸੀਂ ਇਸ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ, ਸ਼ੇਅਰ ਕਰਨਾ ਹੈ, ਅਤੇ ਆਪਣੇ ਜਿਹੜੇ ਸੁਝਾਅ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣੇ ਆ। ਧੰਨਵਾਦ।